Hello everyone, this is Sakshi Agarwal from Malerkotla. I welcome you all on Mehnati Bachche. I hope you all are doing well. So आज इस वीडियो ਦੇ ਵਿੱਚ ਆਪਾਂ ਕੁਝ ਇੰਪੋਰਟੈਂਟ ਕੁਐਸਚਨਸ ਡਿਸਕਸ ਕਰਾਂਗੇ ਐਗਰੀਕਲਚਰ ਟੌਪਿਕ ਦੇ ਉੱਪਰ। ਆਪਾਂ ਨੂੰ ਪਤਾ ਹੈ ਕਿ ਬਹੁਤ ਦੇਰ ਤੋਂ ਫਾਰਮਰਸ ਦਾ ਪ੍ਰੋਟੈਸਟ ਚੱਲ ਰਿਹਾ ਹੈ, ਓਕੇ, ਤਿੰਨ ਫਾਰਮ ਬਿਲਸ ਨੂੰ ਲੈ ਕੇ। ਸੋ ਜਿਹੜਾ ਟੌਪਿਕ ਹੈ ਐਗਰੀਕਲਚਰ ਉਹ ਆਪਣੇ ਆਪ 'ਚ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਹੈ ਤੇ ਆਉਣ ਵਾਲੇ ਜਿਹੜੇ ਐਗਜ਼ਾਮਸ ਹੈ, ਚਾਹੇ ਉਹ ਪੰਜਾਬ PCS ਦਾ ਐਗਜ਼ਾਮ ਹੈ, ਚਾਹੇ ਉਹ ਨੈਬ ਤਹਿਸੀਲਦਾਰ ਦਾ ਐਗਜ਼ਾਮ ਹੈ, ਉਹਨਾਂ ਵਿੱਚ ਇਹ ਟੌਪਿਕ 'ਚ ਕੁਐਸਚਨ ਆ ਸਕਦੇ ਆ। ਸੋ अच्छे तरीके नाल ये वीडियो ਨੂੰ ਜ਼ਰੂਰ ਦੇਖਿਓ ताकि अगर क्वेश्चन आ ਜਾਂਦਾ है टॉपिक ਤੇ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਾ ਆਏ एग्जाम ਦੇ ਵਿੱਚ। ਓਕੇ, ਇਸ ਤੋਂ ਇਲਾਵਾ ਤੁਸੀਂ ਮਿਹਨਤੀ ਬੱਚੇ ਨੂੰ ਫੋਲੋ ਕਰ ਸਕਦੇ ਹੋ YouTube, ਟੈਲੀਗ੍ਰਾਮ, ਇੰਸਟਾਗ੍ਰਾਮ, ਫੇਸਬੁੱਕ ਦੇ ਉੱਪਰ ਤੇ ਨਾਲ ਹੀ ਨੈਬ ਤਹਿਸੀਲਦਾਰ ਤੇ ਪੰਜਾਬ PCS ਲਈ ਟੌਪਿਕ ਵਾਈਜ਼ ਕੁਐਸਚਨ ਵਾਈਜ਼ ਸੀਰੀਜ਼ ਵੀ ਲਾਂਚ ਕੀਤੀ ਹੋਈ ਹੈ ਤੇ ਨਾਲ ਹੀ ਨੈਬ ਤਹਿਸੀਲਦਾਰ ਲਈ ਟੈਸਟ ਸੀਰੀਜ਼ ਵੀ ਅਵੇਲੇਬਲ ਹੈ। ਸੋ ਤੁਸੀਂ ਬਾਈ ਕਰ ਸਕਦੇ ਹੋ, ਡਿਟੇਲਸ ਦਿੱਤੀਆਂ ਹੋਈਆਂ ਨੇ। ਓਕੇ, डिटेल्स लैन ਲਈ ਤੁਸੀਂ WhatsApp ਕਰ ਸਕਦੇ ਹੋ ਜਾਂ ਫਿਰ ਈਮੇਲ ਕਰ ਸਕਦੇ ਹੋ। ਦੈਨ ਚੈਨਲ ਦੇ ਉੱਪਰ ਡਿਫਰੈਂਟ ਸਬਜੈਕਟਸ ਨਾਲ ਰਿਲੇਟਡ ਤੁਹਾਨੂੰ ਵੀਡੀਓ ਲੈਕਚਰਸ ਵੀ ਮਿਲ ਜਾਣਗੇ, ਸੋ ਤੁਸੀਂ ਇਹ ਦੇਖ ਸਕਦੇ ਹੋ। ਸੋ ਸਟਾਰਟ ਕਰਦੇ ਹਾਂ ਅੱਜ ਦੀ ਡਿਸਕਸ਼ਨ। ਸਭ ਤੋਂ ਪਹਿਲਾ ਜਿਹੜਾ ਕੁਐਸਚਨ ਹੈ ਉਹ ਹੈਗਾ ਰਿਲੇਟਡ ਟੂ MSP। ਓਕੇ, ਹੁਣ ਦੇਖੋ ਪਹਿਲੇ ਪੁਆਇੰਟ 'ਚ ਉਹਨੇ ਕੀ ਕਿਹਾ ਕਿ ਸਾਰੇ ਸੀਰੀਅਲ ਪਲਸਿਸ ਆਇਲ ਸੀਡ ਦੇ ਕੇਸ ਦੇ ਵਿੱਚ ਕਿ ਜਿਹੜਾ ਪ੍ਰੋਕਿਉਰਮੈਂਟ ਹੈ MSP ਤੇ ਉਹ ਅਨਲਿਮਿਟਿਡ ਹੁੰਦਾ ਕਿਸੇ ਵੀ ਸਟੇਟ ਜਾਂ ਯੂਨੀਅਨ ਟੈਰੀਟਰੀ ਦੇ ਵਿੱਚ। ਸੈਕਿੰਡ ਉਹਨੇ ਕੀ ਕਿਹਾ ਕਿ ਅਗਰ ਆਪਾਂ ਸੀਰੀਅਲਸ ਤੇ ਪਲਸਿਸ ਦੀ ਗੱਲ ਕਰੀਏ, ਜਿਹੜਾ MSP ਹੈ ਉਹਨੂੰ ਫਿਕਸ ਕੀਤਾ ਜਾਂਦਾ ਹੈ ਕਿਸੇ ਵੀ ਸਟੇਟ ਜਾਂ ਯੂਨੀਅਨ ਟੈਰੀਟਰੀ ਦੇ ਵਿੱਚ ਇੱਕ ਐਸੇ ਲੈਵਲ ਤੇ ਜਿਹਦੇ ਤੋਂ ਉੱਪਰ ਕਦੇ ਵੀ ਮਾਰਕੀਟ ਦਾ ਪ੍ਰਾਈਸ ਨਹੀਂ ਰਾਈਜ਼ ਹੋ ਸਕਦਾ। ਓਕੇ, ਸੋ ਇਹਦੇ ਵਿੱਚ ਪੁੱਛਿਆ ਹੈ ਕਿ ਕਿਹੜੀ ਸਟੇਟਮੈਂਟਸ ਕਰੈਕਟ ਹੈ। ਤੁਸੀਂ ਇਹ ਚੀਜ਼ ਜ਼ਰੂਰ ਦੇਖਿਆ ਕਰੋ, ਕਰੈਕਟ ਪੁੱਛਿਆ ਇਨਕਰੈਕਟ ਪੁੱਛਿਆ, ਬਿਕੋਜ਼ ਕਈ ਵਾਰ ਇਹ ਚੀਜ਼ 'ਚ ਵੀ ਮਿਸਟੇਕ ਲੱਗ ਜਾਂਦੀ ਹੈ। ਓਕੇ, ਸੋ 1 only, 2 only, both 1 and 2, neither 1 not 2। ਦੇਖਦੇ ਹਾਂ ਕਿਹੜੀ ਸਟੇਟਮੈਂਟ ਕਰੈਕਟ ਹੈ। ਇਹਦਾ ਆਨਸਰ ਅਗਰ ਆਪਾਂ ਦੇਖੀਏ ਤਾਂ ਇਹਦਾ ਆਨਸਰ ਆਏਗਾ D, ਦੈਟ ਇਜ਼ ਨੀਦਰ 1 not 2। ਹੁਣ ਇਹਦੀ ਐਕਸਪਲੇਨੇਸ਼ਨ ਦੇਖਦੇ ਹਾਂ। ਦੇਖੋ ਸਭ ਤੋਂ ਪਹਿਲਾਂ ਅਗਰ ਆਪਾਂ MSP ਦੀ ਗੱਲ ਕਰੀਏ, MSP ਕੀ ਹੁੰਦਾ ਹੈ? MSP ਇੱਕ ਐਗਰੀਕਲਚਰ ਪ੍ਰੋਡਕਟ ਦਾ ਪ੍ਰਾਈਸ ਹੁੰਦਾ ਹੈ। ਇਹਨੂੰ ਬੇਸਿਕਲੀ ਗਵਰਨਮੈਂਟ ਆਫ ਇੰਡੀਆ ਦੁਆਰਾ ਸੈੱਟ ਕੀਤਾ ਜਾਂਦਾ ਹੈ। 23 ਕਮੋਡਿਟੀਜ਼ ਆਉਂਦੀਆਂ ਨੇ ਅਗਰ ਆਪਾਂ ਫਿਲਹਾਲ ਦੀ ਗੱਲ ਕਰੀਏ ਉਹਦੇ ਵਿੱਚ, ਠੀਕ ਹੈ। ਹੁਣ ਇਹਦੇ ਵਿੱਚ ਕੀ ਹੈ ਕਿ ਗਵਰਨਮੈਂਟ ਫਾਰਮਰਸ ਨੂੰ ਕਹਿ ਦਿੰਦੀ ਹੈ ਕਿ ਅਸੀਂ ਤੁਹਾਡੇ ਜਿਹੜੇ ਪ੍ਰੋਡਕਟਸ ਹੈ ਜਿਨ੍ਹਾਂ ਦੇ ਲਈ MSP ਨੂੰ ਸੈੱਟ ਕੀਤਾ ਹੋਇਆ ਹੈ ਉਹਨੂੰ ਅਸੀਂ ਮਿਨੀਮਮ ਇੰਨੇ ਰੇਟ ਦੇ ਉੱਪਰ ਤਾਂ ਖਰੀਦਾਂਗੇ ਹੀ ਖਰੀਦਾਂਗੇ, ਚਾਹੇ ਮਾਰਕੀਟ ਦੇ ਵਿੱਚ ਜਿੰਨਾ ਮਰਜ਼ੀ ਉਹਦਾ ਪ੍ਰਾਈਸ ਹੋਵੇ। ਓਕੇ, ਤੇ ਸੈੱਟ ਕਿਉਂ ਕਰਦੇ ਆ? ਤਾਂ ਕਿ ਫਾਰਮਰਸ ਨੂੰ ਇੱਕ ਮਿਨੀਮਮ ਪ੍ਰੋਫਿਟ ਜ਼ਰੂਰ ਮਿਲੇ ਜੋ ਵੀ ਉਹਨਾਂ ਨੇ ਉਗਾਇਆ ਹੈ ਤੇ ਉਹਨਾਂ ਨੂੰ ਨੁਕਸਾਨ ਨਾ ਹੋਵੇ। ਓਕੇ, ਸੋ ਮਿਨੀਮਮ ਸਪੋਰਟ ਪ੍ਰਾਈਸ ਇਜ਼ ਐਨ ਐਗਰੀਕਲਚਰ ਪ੍ਰੋਡਕਟ ਪ੍ਰਾਈਸ set by government of India to purchase directly from the farmer. By definition, this is the rate to safeguard the farmer to a minimum profit for the harvest if the open market has lesser price than the cost incurred। Okay, so total 23 commodities ਆਉਂਦੀਆਂ ਨੇ। ਕਿਹੜੀਆਂ ਨੇ ਇੱਕ ਵਾਰ ਜ਼ਰੂਰ ਇਹਨਾਂ ਨੂੰ ਦੇਖਿਓ। ਕਿਹੜੀ ਹੈ? chickpea, gram, okay, then tur, then मूंग, उर्द, ਲੈਂਟਿਨ। ਦੈਨ ਸੀਰੀਅਲਸ ਦੇ ਵਿੱਚ ਪੈਡੀ, ਵੀਟ, ਮੇਜ਼, ਸੋਰਗਮ, ਪਰਲ ਮਿਲਟ, ਬਾਰਲੇ, ਰਾਗੀ। ਦੈਨ ਆਇਲ ਸੀਡਸ ਦੀ ਗੱਲ ਕਰੀਏ, ਪੀਨਟ, ਰੇਪ ਸੀਡਸ, ਸੋਇਆਬੀਨ, ਸੀਸਮ, ਸਨਫਲਾਵਰ, ਸੈਫਲਾਵਰ, ਦੈਨ ਨੀਗਰ ਸੀਡ। ਦੈਨ ਕਮਰਸ਼ੀਅਲ ਕ੍ਰੌਪਸ ਦੇ ਵਿੱਚ ਕੋਪਰਾ, ਸ਼ੂਗਰ ਕੇਨ, ਕਾਟਨ, ਰॉ ਜੂਟ। ਇਹ ਜ਼ਰੂਰ ਧਿਆਨ ਰੱਖਿਓ ਵੀ ਕਿੰਨਾ ਲਈ ਸੈੱਟ ਕੀਤੇ ਜਾਂਦੇ ਆ, ਬਿਕੋਜ਼ ਡਾਇਰੈਕਟਲੀ ਪੁੱਛ ਸਕਦੇ ਆ। ਓਕੇ, ਨੈਕਸਟ ਉਹਨਾਂ ਦੇ ਵਿੱਚ ਇੱਕ ਇੰਪੋਰਟੈਂਟ ਪੁਆਇੰਟ ਇਹ ਵੀ ਹੈ ਕਿ ਜਿਹੜਾ MSP ਹੈ ਉਹਨੂੰ ਫਿਕਸ ਕੀਤਾ ਜਾਂਦਾ ਹੈ ਕਿਹਦੀ ਰਿਕਮੈਂਡੇਸ਼ਨ ਦੇ? CACP, ਦੈਟ ਇਜ਼ ਕਮਿਸ਼ਨ ਫॉर ਐਗਰੀਕਲਚਰ ਕਾਸਟ ਐਂਡ ਪ੍ਰਾਈਸਿਸ। ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ, ਇਹਨੂੰ ਧਿਆਨ 'ਚ ਰੱਖਿਓ। ਓਕੇ, ਨੈਕਸਟ ਹੈ ਕਿ ਜਿਹੜਾ CACP ਹੈ ਉਹ ਬਹੁਤ ਸਾਰੇ ਫੈਕਟਰਸ ਦੇਖਦੇ ਆ, ਜਿਵੇਂ ਕਿ ਕਾਸਟ ਆਫ ਕਲਟੀਵੇਸ਼ਨ ਐਂਡ ਪ੍ਰੋਡਕਸ਼ਨ, ਪ੍ਰੋਡਕਟਿਵਿਟੀ ਆਫ ਕ੍ਰੌਪ, ਮਾਰਕੀਟ ਪ੍ਰਾਈਸਿਸ, MSP ਨੂੰ ਡਿਟਰਮਾਈਨ ਕਰਨ ਦੇ ਲਈ। ਓਕੇ, MSP fix for each crop is uniform for the entire country. However, there is no instance of MSP being fixed in any state UT at a level to which market price will never rise। ਹੁਣ ਦੇਖੋ ਜਿਹੜਾ ਇਹਦੇ ਵਿੱਚ ਸੈਕਿੰਡ ਪੁਆਇੰਟ ਸੀ ਕਿ MSP ਨੂੰ ਫਿਕਸ ਕੀਤਾ ਜਾਂਦਾ ਹੈ ਕਿਸੇ ਵੀ ਸਟੇਟ UT ਦੇ ਵਿੱਚ ਇੱਕ ਐਸੇ ਲੈਵਲ ਤੇ ਜਿੱਥੇ ਮਾਰਕੀਟ ਪ੍ਰਾਈਸ ਨਾ ਰਾਈਜ਼ ਹੋਵੇ। ਹੁਣ ਇਹ ਗਲਤ ਹੋ ਗਿਆ ਨਾ, ਕਿਉਂਕਿ ਜਿਹੜਾ MSP ਹੁੰਦਾ ਹਰੇਕ ਕ੍ਰੌਪ ਦੇ ਲਈ ਉਹ ਯੂਨੀਫਾਰਮ ਹੁੰਦਾ ਪੂਰੀ ਕੰਟਰੀ ਦੇ ਵਿੱਚ। ਸੋ ਸਪੈਸੀਫਿਕਲੀ ਕਿਸੇ ਵੀ ਸਟੇਟ ਜਾਂ ਯੂਨੀਅਨ ਟੈਰੀਟਰੀ ਦੇ ਵਿੱਚ ਉਹਨੂੰ ਨਹੀਂ ਫਿਕਸ ਕੀਤਾ ਜਾਂਦਾ, ਪੂਰੀ ਕੰਟਰੀ ਦੇ ਵਿੱਚ ਇੱਕੋ ਹੀ ਰੇਟ ਹੁੰਦਾ। ਓਕੇ, ਤੇ ਫਸਟ ਪੁਆਇੰਟ ਵੀ ਗਲਤ ਹੈ ਬਿਕੋਜ਼ ਉਹਨੇ ਕਿਹਾ ਕਿ ਸਾਰੇ ਸੀਰੀਅਲ, ਸਾਰੇ ਪਲਸਿਸ ਆਇਲ ਸੀਡਸ ਦੇ ਕੇਸ ਦੇ ਵਿੱਚ ਇਹਨੂੰ ਫਿਕਸ ਕੀਤਾ ਜਾਂਦਾ ਹੈ, ਜਦਕਿ ਆਪਾਂ ਨੇ ਦੇਖਿਆ ਕਿ ਕੁਝ ਹੀ ਐਸੇ ਸੀਰੀਅਲ ਪਲਸਿਸ ਜਾਂ ਆਇਲ ਸੀਡਸ ਨੇ ਜਿਨ੍ਹਾਂ ਲਈ ਇਹਨਾਂ ਨੂੰ ਫਿਕਸ ਕੀਤਾ ਜਾਂਦਾ ਹੈ। ਓਕੇ, ਸੋ ਦੋਨੋਂ ਸਟੇਟਮੈਂਟ ਗਲਤ ਹੈ। ਉਹ ਤੋਂ ਬਾਅਦ ਨੈਕਸਟ ਕੁਐਸਚਨ ਹੈ, in India, which of the following can be considered as public investment in agriculture?
ਇੰਡੀਆ ਦੇ ਵਿੱਚ ਇਹਨਾਂ ਵਿੱਚੋਂ ਐਸੀ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਕੰਸੀਡਰ ਕੀਤਾ ਜਾਂਦਾ ਹੈ ਐਜ਼ ਪਬਲਿਕ ਇਨਵੈਸਟਮੈਂਟ ਇਨ ਐਗਰੀਕਲਚਰ। ਓਕੇ, ਸੋ ਪਹਿਲਾ ਹੈ ਫਿਕਸਿੰਗ ਮਿਨੀਮਮ ਸਪੋਰਟ ਪ੍ਰਾਈਸ ਫॉर ਐਗਰੀਕਲਚਰ ਪ੍ਰੋਡਿਊਸ ਆਫ ਆਲ ਕ੍ਰॉप्स, MSP ਨੂੰ ਫਿਕਸ ਕਰਨਾ ਕਿ ਪਬਲਿਕ ਇਨਵੈਸਟਮੈਂਟ 'ਚ ਆਉਂਦਾ ਹੈ। ਸੈਕਿੰਡ ਹੈ ਕੰਪਿਊਟਰਾਈਜੇਸ਼ਨ ਆਫ ਪ੍ਰਾਇਮਰੀ ਐਗਰੀਕਲਚਰ ਕ੍ਰੈਡਿਟ ਸੁਸਾਇਟੀਜ਼, ਪ੍ਰਾਇਮਰੀ ਐਗਰੀਕਲਚਰ ਕ੍ਰੈਡਿਟ ਸੁਸਾਇਟੀਜ਼ ਨੂੰ ਕੰਪਿਊਟਰਾਈਜ਼ ਕੀਤਾ ਗਿਆ ਹੈ, ਉਹ ਕਿ ਇਨਵੈਸਟਮੈਂਟ 'ਚ ਆਉਂਦਾ ਹੈ। ਥਰਡ ਹੈ ਸੋਸ਼ਲ ਕੈਪੀਟਲ ਡਿਵੈਲਪਮੈਂਟ। फोर्थ इज फ्री इलेक्ट्रिसिटी सप्लाई टू फार्मर्स। फिफ्थ है वेवर ऑफ एग्रीकल्चर लोन्स बाय बैंकिंग सिस्टम। सिक्स्थ इज सैटिंग अप ऑफ कोल्ड स्टोरेज फैसिलिटीज बाय द गवर्नमेंट। हुण इहदे विच ऑप्शनस दिते हुए हैं 1 to 5, 1 3 4 5, 2 3 6, 1 2 3 4 5 6। हुण सब तो पहले आपां इहदी एक्सप्लेनेशन देखदे हां, फिर आंसर देखांगे। ओके, ਹੁਣ देखो सो ਜਿਹੜਾ पब्लिक इन्वेस्टमेंट है ਉਹਦਾ मतलब ਕੀ ਹੁੰਦਾ है कि या तो फिजिकल इंफ्रास्ट्रक्चर बनाना या फिर इनटेंगेबल कैपिटल ਨੂੰ बनाना। ओके, इसलिए अगर आप इन्वेस्टमेंट देखिए तो की ਹੁੰਦਾ है या तो इंफ्रास्ट्रक्चर ਨਾਲ रिलेटेड होगी ये चीज़ या फिर सोशल कैपिटल ਨਾਲ रिलेटेड होगी। ओके, अगर आप लोन वेवर की गल करिए, सबसिडीज की गल करिए, वो इन्वेस्टमेंट का पार्ट नहीं है। सो हम इस बेसिस पे ऑप्शंस देखते हैं। सब तो पहला देखो, पहला ऑप्शन हैगा फिक्सिंग मिनिमम सपोर्ट प्राइस। अगर आप मिनिमम सपोर्ट प्राइस फिक्स कर रहे हैं तो ये सबसिडी ਦੇ ਵਿੱਚ ਹੀ ਆ ਗਈ ਇੱਕ ਤਰੀਕੇ ਦੇ ਨਾਲ। ਓਕੇ, ਸੋ ਇਹਦਾ ਇਨਫਰਾਸਟ੍ਰਕਚਰ ਵਗੈਰਾ ਨਾਲ ਤਾਂ ਨਹੀਂ ਲੈਣਾ ਦੇਣਾ ਨਾ, ਸੋ ਪਹਿਲਾ ਜਿਹੜਾ ਆਪਸ਼ਨ ਹੈ ਉਹ ਗਲਤ ਹੋ ਜਾਂਦਾ ਹੈ। ਓਕੇ, ਸੈਕਿੰਡ ਕੰਪਿਊਟਰਾਈਜੇਸ਼ਨ ਕਰਨਾ ਪ੍ਰਾਇਮਰੀ ਐਗਰੀਕਲਚਰ ਕ੍ਰੈਡਿਟ ਸੁਸਾਇਟੀਜ਼ ਦਾ, ਇਹਨੂੰ ਆਪਾਂ ਕੰਸੀਡਰ ਕਰਾਂਗੇ ਕਿ ਇਹ ਅਗਰ ਦੇਖਿਆ ਜਾਵੇ ਇਨਫਰਾਸਟ੍ਰਕਚਰ ਦੇ ਵਿੱਚ ਆ ਜਾਂਦਾ ਹੈ। ਓਕੇ, ਸੋ ਇਹ ਪੁਆਇੰਟ ਕੰਸੀਡਰ ਹੋਊਗਾ, ਇਹ ਠੀਕ ਹੈ। ਉਸ ਤੋਂ ਬਾਅਦ ਥਰਡ ਹੈ ਸੋਸ਼ਲ ਕੈਪੀਟਲ ਡਿਵੈਲਪਮੈਂਟ। ਇਹਦੇ ਵਿੱਚ ਆਪਾਂ ਡਿਸਕਸ ਕੀਤਾ ਕਿ ਜਿਹੜਾ ਇਨਵੈਸਟਮੈਂਟ ਹੁੰਦੀ ਹੈ ਪਬਲਿਕ ਇਨਵੈਸਟਮੈਂਟ, ਉਹਦੇ ਵਿੱਚ ਸੋਸ਼ਲ ਕੈਪੀਟਲ ਵੀ ਆਉਂਦੀ ਹੈ ਤੇ ਇਨਫਰਾਸਟ੍ਰਕਚਰ ਡਿਵੈਲਪਮੈਂਟ ਵੀ ਹੁੰਦੀ ਹੈ। ਓਕੇ, ਸੋ ਥਰਡ ਜਿਹੜਾ ਪੁਆਇੰਟ ਹੈ ਉਹ ਵੀ ਠੀਕ ਹੈ। ਦੈਨ ਨੈਕਸਟ ਫ੍ਰੀ ਇਲੈਕਟ੍ਰਿਸਿਟੀ ਦੇਣਾ ਫਾਰਮਰਸ ਨੂੰ, ਇਹ ਵੀ ਸਬਸਿਡੀਜ਼ ਦੇ ਵਿੱਚ ਹੀ ਆ ਗਿਆ, ਸੋ ਇਹ ਵੀ ਚੀਜ਼ ਨਹੀਂ ਹੈਗੀ। ਦੈਨ ਵੇਵਰ ਆਫ ਐਗਰੀਕਲਚਰ ਲੋਨ ਬਾय ਬੈਂਕਿੰਗ ਸਿਸਟਮ, ਇਹ ਕਿਹਦੇ ਵਿੱਚ ਆ ਗਿਆ, ਲੋਨ ਵੇਵ ਕਰਨਾ। ਓਕੇ, ਸੋ ਇਹ ਪਬਲਿਕ ਇਨਵੈਸਟਮੈਂਟ ਦਾ ਪਾर्ट नहीं है, सो ये वाला ऑप्शन भी गलत है। दैन सिक्स्थ सैटिंग अप करना कोल्ड स्टोरेज फैसिलिटीज गवर्नमेंट के द्वारा, एक किदे विच आ गया, इंफ्रास्ट्रक्चर दे विच आ गया ना, सो ये ऑप्शन करैक्ट है। सो सैकेंड थर्ड ते सिक्स्थ करैक्ट है, ਉਹਦੇ बेसिस ते आंसर ਕਿਹੜਾ आएगा, सी। ओके, सो क्वेश्चन है कि इन्हां विच ऐसी किहड़ी पॉलिसीज या फिर फैक्टर्स हैं ਜਿਹੜੇ कि राइज दी प्राइस ਨੂੰ इफेक्ट करते हैं अगर आप कुछ पास टाइम की गल करिए। मिनिमम सपोर्ट प्राइस, गवर्नमेंट ट्रेडिंग, गवर्नमेंट स्टॉक पाइलिंग, कंज्यूमर सबसिडीज। ओके, सो पहला आप डिस्कस करते हैं एक्सप्लेनेशन ਨੂੰ, फिर देखांगे की आंसर आऊगा। सो हुण ਇਹ ਵਾਲੇ क्वेश्चन ਦੀ ਆਪਾਂ एक्सप्लेनेशन देखते हैं। देखो सब तो पहला ਜਿਹੜਾ पॉइंट है वो हैगा MSP ਨਾਲ रिलेटेड। ठीक है, देखो ਆਪਾਂ ਨੇ ਕਿਹਾ ਜਿਹੜਾ MSP ਉਹ मिनिमम सपोर्ट प्राइस ਹੁੰਦਾ है। ओके, सो MSP ਦੇ ਨਾਲ ਕੀ ਹੁੰਦਾ ਹੈ ਕਿ ਨਾ ਤਾਂ ਕਿਸੇ ਪ੍ਰੋਡਕਟ ਦਾ ਪ੍ਰਾਈਸ ਜ਼ਿਆਦਾ ਵੱਧਦਾ ਉਹ ਤੋਂ, ਨਾ ਹੀ ਜ਼ਿਆਦਾ ਘਟਦਾ। ਓਕੇ, ਸੋ ਜਿਹੜਾ MSP ਹੈ ਉਹ ਪ੍ਰਾਈਸ ਦੇ ਉੱਪਰ ਇਫੈਕਟ ਕਰੂਗਾ ਹੀ ਕਰੂਗਾ। ਸੋ ਸੈਕਿੰਡ ਜਿਹੜਾ ਫੈਕਟਰ ਹੈ ਉਹ ਹੈਗਾ ਗਵਰਨਮੈਂਟ ਟ੍ਰੇਡਿੰਗ। ਗਵਰਨਮੈਂਟ ਟ੍ਰੇਡਿੰਗ ਦਾ ਕੀ ਹੈ ਕਿ ਅਗਰ ਗਵਰਨਮੈਂਟ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਟ੍ਰੇਡਿੰਗ ਕਰ ਰਹੀ ਹੈ, ਸਪੋਜ਼ ਰਾਈਸ ਦੀ ਅਗਰ ਆਪਾਂ ਇੱਥੇ ਗੱਲ ਕਰੀਏ, ਰਾਈਸ ਦੀ ਟ੍ਰੇਡਿੰਗ ਕਰ ਰਹੀ ਹੈ ਤਾਂ ਉਹਦਾ ਇਫੈਕਟ ਪਊਗਾ ਹੀ ਪਊਗਾ ਇੰਡੀਆ ਦੇ ਵਿੱਚ ਰਾਈਸ ਦੀ ਪ੍ਰਾਈਸ ਦੇ ਉੱਪਰ। ਓਕੇ, ਸੋ ਸੈਕਿੰਡ ਜਿਹੜਾ ਸਟੇਟਮੈਂਟ ਹੈ ਉਹ ਵੀ ਕਰੈਕਟ ਹੈ। थर्ड केड़ी स्टेटमेंट है, गवर्नमेंट स्टॉक पाइलिंग। देखो अगर गवर्नमेंट को राइस का स्टॉक पिया होगा, ठीक है, तो अगर कोई दूसरे फैक्टर्स दे नाल जिहड़ा प्राइस है राइस का वो इनक्रीज हो रहा है तो जिहड़ा गवर्नमेंट को स्टॉक पिया होगा वो काम आ जाऊगा उस टाइम ते। ठीक है, तो प्राइस नू बैलेंस किया जा सकता है। बट इन केस अगर गवर्नमेंट ने स्टॉक पाइलिंग नहीं की हुई राइस की तो की होगा, कुछ होर फैक्टर्स नाल अगर राइस ਦਾ ਪ੍ਰਾਈਸ ਹੈ ਜਿਹੜਾ ਮਾਰਕੀਟ 'ਚੋਂ ਵੱਧ ਰਿਹਾ ਹੈ ਤਾਂ ਉਹ ਵੱਧਦਾ ਹੀ ਚਲਾ ਜਾਊਗਾ, ਉਹਨੂੰ ਘੱਟ ਕਰਨ ਦਾ ਕੋਈ ਤਰੀਕਾ ਨਹੀਂ ਹੋਊਗਾ। ਓਕੇ, ਸੋ ਜਿਹੜੀ ਗਵਰਨਮੈਂਟ ਸਟਾਕ ਪਾਈਲਿੰਗ ਹੈ ਉਹ ਵੀ ਇਫੈਕਟ ਕਰਦੀ ਹੈ ਪ੍ਰਾਈਸ ਨੂੰ ਰਾਈਸ ਤੇ। ਦੈਨ फोर्थ की है सबसिडीज ਜਿਹੜੀਆਂ ਨੇ ਉਹ ਪ੍ਰਾਈਸ ਘਟਾ ਦਿੰਦੀਆਂ ਕੰਜ਼ਿਊਮਰ ਦੇ ਲਈ। ठीक है, सो ਇਹ ਵੀ ਕਰੂਗੀ ਇਫੈਕਟ। सो ਇਹਦਾ ਆਨਸਰ ਕੀ ਆਏਗਾ, डी, दैट इज 1 2 3 4। देन नेक्स्ट क्वेश्चन है, अंडर किसान क्रेडिट कार्ड स्कीम शॉर्ट टर्म क्रेडिट सपोर्ट इज गिवन टू फार्मर्स फॉर विच ऑफ द फॉलोइंग पर्पस।
ਕਹਿੰਦਾ अगर आप किसान क्रेडिट कार्ड स्कीम की गल करिए तो शॉर्ट टर्म क्रेडिट सपोर्ट दिता जाता है फार्मर्स नूं इहदे अंडर, ठीक है। तो किहड़े-किहड़े पर्पस लई दिता जाता है। सो पहला देखो वर्किंग कैपिटल फॉर मेंटेनेंस ऑफ फार्म एसेट्स, सेकंड इज परचेज ऑफ कंबाइन हार्वेस्टर्स, ट्रैक्टर्स, मिनी ट्रक्स, थर्ड इज कंजम्पशन रिक्वायरमेंट्स ऑफ फार्म हाउसहोल्ड, फोर्थ इज पोस्ट हार्वेस्ट एक्सपेंस, फिफ्थ इज कंस्ट्रक्शन ऑफ फैमिली हाउस, सेटिंग अप ऑफ विलेज कोल्ड स्टोरेज फैसिलिटी। सो उन्हें दी एक्सप्लेनेशन देखते हैं। सो सब तो पहले आप गल करते हैं किसान क्रेडिट कार्ड स्कीम की। देखो जी स्कीम है उन्होंने 1998 ਦੇ ਵਿੱਚ ਚਲਾਇਆ ਗਿਆ ਸੀ। क्यों कि फार्मर ਜਿਹੜੇ ਨੇ ਉਹਨਾਂ ਨੂੰ ਇੱਕ ਤਾਂ ਐਡਿਕੁਏਟ ਤੇ ਟਾਈਮਲੀ ਕ੍ਰੈਡਿਟ ਸਪੋਰਟ ਪ੍ਰੋਵਾਈਡ ਕੀਤਾ ਜਾਵੇ, ਠੀਕ ਹੈ, ਇੱਕ ਐਸੇ ਪ੍ਰੋਸੀਜਰ ਦੇ ਹੈਲਪ ਦੇ ਨਾਲ ਜੋ ਕਿ ਫਲੈਕਸੀਬਲ ਵੀ ਹੋਵੇ ਤੇ ਸਿੰਪਲੀਫਾਈਡ ਵੀ ਹੋਵੇ, ਠੀਕ ਹੈ। ਤੇ ਇਹਦੇ ਨਾਲ ਫਾਰਮਰ ਜਿਹੜੇ ਨੇ ਉਹਨਾਂ ਨੂੰ ਹੈਲਪ ਹੋ ਸਕੇ अपने कल्टीवेशन दे विच ते इहदे नाल ओह अपनी ज़रूरतां जिवें कि सीड्स, फर्टिलाइजर, पेस्टिसाइड्स वगैरह ने ओह खरीद सकन। ओके, किसान क्रेडिट कार्ड स्कीम जिहड़े है उहदे विच की चीज़ां कवर हुंदियां ने उहदे बारे गल करदे हां। सो KCC कवर्स पोस्ट हार्वेस्ट एक्सपेंसिस, प्रोड्यूस मार्केट लोन, then consumption requirements of farm household, then working capital for maintenance of farm assets and activities aid to agriculture investment credit, requirement for agriculture and aid activities. Kisan credit card scheme is implemented by commercial banks, RRBs, small finance banks and cooperatives. Okay, so ਹੁਣ ਇਹਦੇ बेसिस ਤੇ आंसर ਕਿਹੜਾ आएगा B। सो ਕਿਹੜੀ ਚੀਜ਼ਾਂ ਕਵਰ ਹੁੰਦੀਆਂ ਨੇ? ਪਹਿਲੀ ਹੈ ਵਰਕਿੰਗ ਕੈਪੀਟਲ ਫॉर ਮੇਨਟੇਨੈਂਸ ਆਫ ਫਾਰਮ ਐਸੈਟਸ, ਸੈਕੰਡ ਇਜ਼ ਕੰਜ਼ੰਪਸ਼ਨ ਰਿਕੁਆਇਰਮੈਂਟ ਆਫ ਫਾਰਮ ਹਾਊਸਹੋਲਡ ਤੇ फोर्थ है पोस्ट हार्वेस्ट एक्सपेंस। अगर आप फिफ्थ ते सेकंड पॉइंट की गल करिए, देखो कंबाइन हार्वेस्टर, ट्रैक्टर्स, मिनी ट्रक्स खरीदना, ये चीज़ नहीं आऊगी किसान क्रेडिट कार्ड स्कीम के अंदर, तो ना ही ये चीज़ आऊगी कि वो अपनी फैमिली हाउस बना रहे हैं, ठीक है, या फिर कोल्ड स्टोरेज फैसिलिटी सेटअप कर रहे हैं, ये चीज़ भी नहीं आऊगी। ओके, सो नैक्सट जो क्वेश्चन है वो बायोचार दे नाल रिलेटेड है। ओके, सो बायोचार का यूज़ पूछा है कि है फार्मिंग दे विच। बायोचार कैन बी यूज एज अ पार्ट ऑफ ग्रोइंग मीडियम इन वर्टिकल फार्मिंग। बायोचार नूं आपां यूज़ कर सकते हैं ग्रोइंग मीडियम की तरह वर्टिकल फार्मिंग दे विच। when biochar is a part of growing medium it promotes the growth of nitrogen fixing microorganisms कि अगर आपां बायोचार नूं यूज़ करते हैं ग्रोइंग मीडियम के तौर पर तो वह प्रमोट करता है ग्रोथ किन्ना दी नाइट्रोजन फिक्सिंग माइक्रोऑर्गेनिजम्स दी। when biochar is a part of growing medium it enables the growing medium to retain water for longer time। तो अगर ਆਪਾਂ ग्रोइंग मीडियम का पार्ट बनाने बायोचार नूं तां वो इनेबल करता है वो मीडियम नूं कि रिटेन करे पानी ज़्यादा देर दे लई। सो इन्हां विच किहड़ी स्टेटमेंट करैक्ट है? देखो सब तो पहला हुण आपां गल करदे हां बायोचार की। बायोचार हुंदा की है? ये बेसिकली एक चारकोल लाइक मटीरियल हुंदा है जिन्हों कि किवें प्रोड्यूस करते हैं जदों आपां बायोमास नूं हीट करते हैं ऑक्सीजन की एबसेंस दे विच। ओके, जिहड़ा बायोचार हुंदा है वो इंप्रूव करता है सॉइल की फर्टिलिटी नूं ते इस नाल प्लांट की ग्रोथ है जिहड़ी उहनूं स्टिमुलेट किया जाता है, मतलब प्लांट की ग्रोथ अच्छी हुंदी है। दैन बायोचार हैज़ पोटेंशियल टू बूस्ट द नैचुरल एबिलिटी ऑफ लेग्यूम्स टू फिक्स नाइट्रोजन टू द सॉइल। जिहड़ा बायोचार है उहदे कोल इन्ना पोटेंशियल हुंदा है कि वो नैचुरल एबिलिटी नूं ही बूस्ट कर दिंदा है लेग्यूम्स की कि वो नाइट्रोजन नूं फिक्स कर सकन। Okay, biochar support the life of nitrogen fixing microorganisms, decrease soil N2O emission and increase nitrogen use efficiency and nitrogen retention in soil। ओके, बिकॉज ऑफ इट्स पोरस नेचर। हुण जिहड़ा बायोचार हुंदा पोरस नेचर दा हुंदा है, इसलिए जिहड़ा बायोचार है इंप्रूव करदा है सॉइल दी वाटर रिटेंशन एंड वाटर होल्डिंग कैपेसिटी नूं। ओके, सो वाटर होल्डिंग कैपेसिटी क्या है कि कितना पानी जिहड़ी सॉइल है होल्ड कर सकदी है अपनी क्रॉप्स दे लई। ओके, सो अगर आप देखिए ए बेसिस के ऊपर जिहड़ा फर्स्ट पॉइंट है बायोचार नूं यूज़ करते हैं एज अ पार्ट ऑफ ग्रोइंग मीडियम, ठीक है, ये भी ठीक है। सैकेंड कि अगर आप इन्हूं यूज़ करते हैं ग्रोइंग मीडियम दे विच ते प्रमोट करता है ग्रोथ नाइट्रोजन फिक्सिंग माइक्रो ऑर्गेनिजम्स की, ये भी ठीक है। दैन थर्ड है जिहड़ा कि अगर आप इन्हूं यूज़ करते हैं एज ए पार्ट ऑफ ग्रोइंग मीडियम तो इनेबल करता है ग्रोइंग मीडियम नूं कि रिटेन करे पानी ज़्यादा देर ले। सो ये भी ठीक है। इस बेसिस ते आंसर किहड़ा आएगा? डी। ओके, सो थैंक यू सो मच फॉर वॉचिंग माई वीडियो। आई होप अज आप जिहड़े भी क्वेश्चंस डिस्कस किए सारे तुहानूं समझ लग गए होणगे। मिलदे नैक्सट वीडियो दे विच।